साध संगत जग के बुलाओ। वाहिगुरू जी का खालसा, वाहिगुरू जी की फतेह। वाहेगुरु वाहेगुरु। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਨਾ ਅੰਨ ਅੱਕ, ਇਹ ਨਾਮ ਦਾ ਅਰਥ ਹੈ ਮਹਾਰਾਜ ਦਾ। ਅੱਕ, ਅੱਕ ਨਾਮ ਦੁੱਖ ਦਾ ਹੈ। ਨਾ ਅੰਨ ਅੱਕ, ਅੱਕ ਜਿੱਥੇ ਨਹੀਂ ਹੈ ਦੁੱਖ, ਉਹਦਾ ਨਾਮ ਹੈ ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ। ਭਾਈ ਨੰਦ ਲਾਲ ਜੀ ਨੇ ਆਪਣੀਆਂ ਗਜ਼ਲਾਂ ਦੇ ਵਿੱਚ ਇਹ ਅਰਥ ਕੀਤੇ ਨੇ, ਬੜੇ ਸੁੰਦਰ। ਕਹਿੰਦੇ ਉਹ ਗੁਰੂ ਨਾਨਕ ਦਾ ਨਾਮ ਜਿਹੜਾ ਬੰਦੇ ਨੂੰ ਦੁੱਖਾਂ ਤੋਂ ਰਹਿਤ ਕਰ ਦਿੰਦਾ ਹੈ, ਉਹ ਵਾਹਿਗੁਰੂ ਦਾ ਨਾਮ ਇੱਕ ਤੁਲ ਹਨ। ਸੋ ਸੱਤੇ ਬਲਵੰਡੇ ਨੇ ਵੀ ਇਹੀ ਚੀਜ਼ ਲਿਖੀ ਹੈ ਕਿ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਮਦਾ। ਜੋਖੀ ਜੋਖਣਾ, ਤੱਕੜੀ ਚ ਪਾ ਕੇ ਤੋਲਣਾ। ਨਾਉ ਕਰਤਾ ਕਾਦਰ ਕਰੇ, ਕਰਤਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਆਪਣੇ ਤੁਲ ਕਰ ਲਵੇ। ਉਹ ਤੱਕੜੀ ਵਿੱਚ ਪਾ ਕੇ ਜੇ ਤੋਲੀਏ, ਇੱਕ ਪਾਸੇ ਗੁਰੂ ਨਾਨਕ ਲਿਖ ਦਈਏ, ਇੱਕ ਪਾਸੇ ਵਾਹਿਗੁਰੂ ਲਿਖ ਦਈਏ, ਤਾਂ ਤੋਲ ਪੂਰਾ ਬਰਾਬਰ ਹੋਵੇਗਾ। ਕਿਉਂਕਿ ਗੁਰੂ ਨਾਨਕ ਦਾ ਨਾਮ ਵੀ ਓਨਾ ਹੀ ਸਮਰੱਥ ਹੈ ਜਿੰਨਾ ਵਾਹਿਗੁਰੂ ਦਾ। ਕਿਉਂਕਿ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੈ ਮੂਰਤ ਹੈ ਜਗ ਆਇਓ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਅਕਾਲ ਪੁਰਖ ਆਪ ਹੀ ਗੁਰੂ ਨਾਨਕ ਦੇਵ ਜੀ ਨੇ, ਆਪ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ। ਐਸੀ ਉਪਮਾ ਆਪ ਵੀ ਸੱਚੇ ਪਾਤਸ਼ਾਹ ਕਰਨਗੇ ਆਪਣੇ ਕੋਲੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜਾ ਆਕਾਰ ਹੈ ਅਕਾਲ ਪੁਰਖ ਦਾ ਬਣਾਇਆ ਹੋਇਆ, ਅੰਤ ਨਾ ਜਾਪੈ ਕੀਤਾ ਆਕਾਰ। ਇਸ ਆਕਾਰ ਦਾ ਵੀ ਅੰਤ ਕੋਈ ਨਹੀਂ ਹੈ, ਕੋਈ ਸਿਰਾ ਨਹੀਂ ਹੈ ਇਹਦਾ। ਜੇ ਲੱਭਣ ਜਾਓ ਤਾਂ ਕੋਈ ਪਤਾ ਹੀ ਨਹੀਂ ਲੱਗਦਾ। ਅੰਤ ਨਾ ਜਾਪੈ ਪਾਰਾਵਾਰ, ਪਾਰਾ ਤੇ ਵਾਰ। ਪਾਰਾ ਉਰਲਾ ਕਿਨਾਰਾ, ਵਾਰ ਪਰਲਾ ਕਿਨਾਰਾ, ਉਰਾਰ ਪਾਰ ਕਹਿੰਦੇ ਨੇ ਇਹਨੂੰ। ਪਾਰਾ ਤੇ ਵਾਰ, ਲੋਕ ਅਤੇ ਪਰਲੋਕ, ਇਹਨਾਂ ਦਾ ਕੋਈ ਅੰਤ ਨਹੀਂ ਹੈ, ਇਹਨਾਂ ਦਾ ਕੋਈ ਸਿਰਾ ਨਹੀਂ ਹੈ। ਚਾਰ ਮੂੰਹ ਲੱਗੇ ਹੋਏ ਨੇ ਬ੍ਰਹਮਾ ਦੇ, ਤੇ ਬ੍ਰਹਮਾ ਨੂੰ, ਚਾਰ ਮੂੰਹ ਵਾਲੇ ਨੂੰ ਬੜਾ ਹੰਕਾਰ ਹੋ ਗਿਆ ਵੀ ਮੈਂ ਬਹੁਤ ਵੱਡਾ, ਮੇਰੇ ਨਾਲੋਂ ਵੱਡਾ ਹੋਰ ਕੋਈ ਨਹੀਂ। ਉਸ ਵਕਤ ਬੜੀ ਤਕੜੀ ਹਨੇਰੀ ਆਈ, ਉਡਾ ਕੇ ਲੈ ਗਈ ਬ੍ਰਹਮਾ ਨੂੰ। ਉੱਥੇ ਸੁੱਟ ਦਿੱਤਾ ਜਿੱਥੇ 8 ਮੂੰਹਾਂ ਵਾਲਾ ਬ੍ਰਹਮਾ ਬੈਠਾ। ਉੱਥੇ ਉਹਦਾ ਹੰਕਾਰ ਟੁੱਟ ਗਿਆ। ਅੱਗੇ 8 ਮੂੰਹਾਂ ਵਾਲੇ ਨੂੰ ਬੜਾ ਹੰਕਾਰ ਹੈ। ਉੱਥੇ ਹਨੇਰੀ ਆਈ, ਉਡਾ ਕੇ ਲੈ ਗਈ, 16 ਮੂੰਹ ਵਾਲੇ ਬ੍ਰਹਮਾ ਤੱਕ ਚਲੇ ਗਏ। ਰੱਬ ਜਦੋਂ ਕਿਸੇ ਦਾ ਹੰਕਾਰ ਤੋੜਦਾ ਤਾਂ ਐਂ ਤੋੜਦਾ, ਫਿਰ 32 ਮੂੰਹਾਂ ਵਾਲਾ, ਫਿਰ 64 ਮੂੰਹਾਂ ਵਾਲਾ। ਅਖੀਰ ਇੰਨੀ ਹਨੇਰੀ ਉਡਾਉਂਦੀ ਉਡਾਉਂਦੀ ਸਭ ਨੂੰ ਉੱਥੇ ਲੈ ਗਈ ਜਿੱਥੇ 1000 ਮੂੰਹ ਵਾਲਾ ਬ੍ਰਹਮਾ ਬੈਠਾ। ਜਦੋਂ ਉੱਥੇ ਗਏ ਤਾਂ ਉੱਠ ਕੇ ਖੜਾ ਹੋ ਗਿਆ, ਹੱਥ ਜੋੜ ਕੇ ਕਹਿੰਦਾ ਆਓ ਧੰਨ ਭਾਗ ਮੇਰੇ, ਸੇਵਾ ਦੱਸੋ ਕੀ ਹੁਕਮ ਹੈ ਦਾਸ ਨੂੰ। ਜਦੋਂ ਉਹਦੀ ਨਿਮਰਤਾ ਦੇਖੀ, ਉਹ ਅਸਲ ਵਿੱਚ ਪਰਮੇਸ਼ਰ ਆਪ ਹੀ ਬਣੇ ਬੈਠੇ ਸੀ। ਨਿਮਰਤਾ ਜੋ ਸਿਖਾਉਣੀ ਸੀ, ਕਹਿੰਦੇ ਵੀ ਸਾਡੇ 'ਚ ਤਾਂ ਇੰਨੀ ਨਿਮਰਤਾ ਨਹੀਂ, ਸਾਡੇ ਤਾਂ 4, 8, 10 ਮੂੰਹਾਂ ਵਾਲੇ ਕਰਕੇ ਹੰਕਾਰ ਹੋਇਆ। ਇਹਦੇ 1000 ਮੂੰਹ ਲਾਇਆ ਪਰਮੇਸ਼ਰ ਨੇ, ਇਹਨੂੰ ਤਾਂ ਨਹੀਂ ਹੰਕਾਰ ਹੋਇਆ। ਸੋ ਇਸ ਕਰਕੇ ਉਹ ਪਰਮੇਸ਼ਰ ਦਾ ਤਾਂ ਕੋਈ ਪਾਰਾਵਾਰ ਹੈ ਨਹੀਂ, ਨਾ ਉਰਾਰ, ਨਾ ਪਾਰ, ਨਾ ਪਰਲਾ ਸਿਰਾ, ਨਾ ਉਰਲਾ ਸਿਰਾ। ਸੋ ਜਿਵੇਂ ਆਕਾਸ਼ ਦੇ ਵਿੱਚ ਅਨਲ ਪੰਛੀ ਹੈ, ਹਮਾਇੂ ਪੰਛੀ ਨੇ, ਇਹ ਵੱਡੇ ਵੱਡੇ ਪੰਛੀ ਨੇ, ਥੱਲੇ ਧਰਤੀ ਤੇ ਨਹੀਂ ਆਉਂਦੇ। ਇਹ ਹਜ਼ਾਰਾਂ ਮੀਲ ਧਰਤੀ ਤੋਂ ਬਹੁਤ ਉੱਪਰ ਕਿਤੇ ਜਾ ਕੇ ਉੱਡਦੇ ਨੇ। ਉਹ ਪੰਛੀ ਜੇ ਆਂਡਾ ਦੇ ਦੇਵੇ ਤਾਂ ਉਹ ਆਂਡਾ ਥੱਲੇ ਤੱਕ ਆਉਂਦਿਆਂ ਆਉਂਦਿਆਂ ਪੱਕ ਕੇ ਬੱਚਾ ਨਿਕਲ ਕੇ ਉੱਡ ਕੇ ਫੇਰ ਵਾਪਸ ਉੱਥੇ ਚਲਾ ਜਾਂਦਾ। ਇੰਨਾ ਉੱਚਾ ਉੱਡਦਾ ਉਹ, ਲੱਖਾਂ ਮੀਲ ਤੇ ਜਾ ਕੇ। ਉਹ ਅਨਲ ਪੰਛੀ ਜਿਹੜਾ ਹੈ ਉਹ ਉੜਦਾ 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 ਥੱਕ ਤਾਂ ਜਾਂਦਾ, ਪਰ ਉਹ ਵੀ ਅੰਤ ਨਹੀਂ ਪਾਉਂਦਾ, ਉਹ ਵੀ ਅੰਤ ਨਹੀਂ ਪਾ ਸਕਦਾ ਆਕਾਸ਼ ਦਾ। ਮੱਛੀ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ ਕਿ ਕਿੱਥੇ ਤੱਕ ਹੈ ਸਮੁੰਦਰ, 90 ਗੁਣੇ ਪਾਣੀ, ਕੋਈ ਅੰਤ ਨਹੀਂ। ਸਮੁੰਦਰ ਦਾ ਤਾਂ ਕੋਈ ਅੰਤ ਹੀ ਨਹੀਂ ਹੈ।
ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਸਮੁੰਦਰ ਦਾ ਅੰਤ ਨਹੀਂ, ਆਕਾਸ਼ ਦਾ ਅੰਤ ਨਹੀਂ, ਤਾਂ ਫਿਰ ਵਾਹਿਗੁਰੂ ਦਾ ਅੰਤ ਕਿਵੇਂ ਪਾ ਸਕਦੇ ਆ? ਉਹਦੇ ਉਰਾਰ ਪਾਰ ਦਾ ਕੋਈ ਪਤਾ ਹੀ ਨਹੀਂ, ਟਿਕਾਣਾ ਹੀ ਨਹੀਂ ਉਹਦਾ ਕੋਈ। ਅੰਤ ਕਾਰਨ ਕੇਤੇ ਬਿਲ ਲਾਹੇ। ਅਕਾਲ ਪੁਰਖ ਦਾ ਅੰਤ ਪਾਉਣ ਵਾਸਤੇ ਕਿੰਨੇ ਲੋਕ ਬਿਲਕੜੀਆਂ ਲੈਂਦੇ ਨੇ। ਕੋਈ ਗ੍ਰੰਥਾਂ ਦੇ ਰਾਹੀਂ ਕੋਸ਼ਿਸ਼ ਕਰਦਾ, ਕੋਈ ਮੰਤਰਾਂ ਰਾਹੀਂ ਕੋਸ਼ਿਸ਼ ਕਰਦਾ, ਕੋਈ ਅੰਤਰਜਾਮਤਾ ਰਾਹੀਂ ਕੋਸ਼ਿਸ਼ ਕਰਦਾ। ਜਿੰਨਾ ਮਰਜੀ ਜ਼ੋਰ ਲਾ ਲਓ, ਅੰਤ ਨਹੀਂ ਪਾ ਸਕਦੇ। ਬਿਲ ਲਾਹੇ, ਦੋ ਲੱਲੇ ਹੈ, ਦੋਨੋਂ ਨੂੰ ਨਖੇਰ ਕੇ ਚੰਗੀ ਤਰ੍ਹਾਂ ਬੋਲਿਆ ਕਰੋ। ਬਿਲ ਲਾਹੇ, ਬਿੱਲਾਹੇ ਨਹੀਂ ਕਹਿਣਾ, ਬਿਲ ਲਾਹੇ। ਅੰਤ ਪਾਉਣ ਵਾਸਤੇ ਕਿੰਨੇ ਲੋਕ ਬਿਲਕੜੀਆਂ ਲੈਂਦੇ ਨੇ ਕਿ ਅਸੀਂ ਵਾਹਿਗੁਰੂ ਦਾ ਅੰਤ ਪਾ ਲੈਣਾ ਹੈ, ਪਰ ਅੰਤ ਪਾਉਣ ਵਾਲਾ ਅੰਤ ਨੂੰ ਉਹਦਾ ਹੀ ਰੂਪ ਹੋ ਜਾਂਦਾ, ਤਾਂ ਕਿ ਅੰਤ ਨਾ ਪਾਏ ਜਾਏ। ਉਹਦਾ ਹੀ ਅੰਤ ਹੋ ਜਾਂਦਾ, ਉਹ ਨਹੀਂ ਪਾਇਆ ਜਾਂਦਾ ਉਹਦੇ ਕੋਲੋਂ। ਉਹ ਵਿੱਚੇ ਲੂਣ ਦੀ ਡਲੀ ਵਾਂਗੂ ਖੁਰ ਜਾਂਦਾ। ਜਿਵੇਂ ਸਮੁੰਦਰ ਦਾ ਅੰਤ ਪਾਉਣ ਵਾਸਤੇ ਲੂਣ ਦਾ ਢੇਲਾ, ਬਹੁਤ ਵੱਡਾ ਢੇਲਾ ਲੈ ਕੇ ਜੇ ਲੂਣ ਦਾ ਆਪਾਂ ਇਹੋ ਅੰਤ ਨਾ ਜਾਣੈ ਕੋਈ, ਇਹ ਅੰਤ ਨੂੰ ਕੋਈ ਜਾਣ ਹੀ ਨਹੀਂ ਸਕਿਆ। ਇਹੀ ਅੰਤ ਹੈ ਜਿਹੜਾ ਬੇਅੰਤ ਕਹਿਣਾ। ਕਹਿੰਦੇ ਜਿੰਨਾ ਕੁ ਅੰਤ ਕੋਈ ਪਾਉਂਦਾ ਉਹ ਉਦੋਂ ਹੋਰ ਵੱਡਾ ਹੋ ਜਾਂਦਾ। ਬਹੁਤਾ ਕਹੀਐ ਬਹੁਤਾ ਹੋਏ। ਜੇ ਬਹੁਤਾ ਕਹਿੰਦੇ ਆ ਦੇਖ ਕੇ ਤਾਂ ਉਹ ਬਹੁਤਾ ਹੋ ਜਾਂਦਾ, ਉਹ ਹੋਰ ਵੱਧ ਜਾਂਦਾ। ਉਹਨੂੰ ਕੀ ਹੈ? ਉਹਦੀ ਮਾਇਆ। ਉਹਦਾ ਅੰਤ ਕੋਈ ਪਾ ਹੀ ਨਹੀਂ ਸਕਦਾ। ਜੇ ਕੋਈ ਲੱਖਾਂ ਆਕਾਸ਼ ਲੱਖਾਂ ਪਤਾਲ ਦੇਖ ਕੇ ਕਹੇ ਮੈਂ ਅੰਤ ਪਾ ਲਿਆ, ਉਹ ਅੱਗੇ ਕਰੋੜਾਂ ਬਣਾ ਦਿੰਦਾ, ਫਿਰ ਤੁਰਿਆ ਰਹੋ। ਜਦੋਂ ਕਰੋੜਾਂ ਦਾ ਅੰਤ ਪਾ ਲੇ ਤਾਂ ਉਹ ਅਰਬਾਂ ਬਣਾ ਦੇਊਗਾ, ਫਿਰ ਤੁਰਿਆ ਰਹੋ। ਉਹਦਾ ਕੀ? ਉਹਦੀ ਸ਼ਕਤੀ ਇੰਨੀ ਜ਼ਿਆਦਾ, ਉਹਨੇ ਵਧਾਈ ਜਾਣਾ, ਆਪਣਾ ਕੰਮ ਵਧਾਈ ਜਾਣਾ। ਫਿਰ ਕਿੰਨੇ ਕੁ ਜਨਮ ਆਪਾਂ ਲੱਭਾਂਗੇ? ਕੁਝ ਵੀ ਨਹੀਂ ਹੋ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਉਂ ਹੋ ਜਾਂਦਾ ਨਾ ਕਿ ਬਹੁਤਾ ਕਹੀਏ, ਬਹੁਤਾ ਜੋ ਪਰਮੇਸ਼ਰ ਹੈ ਉਹਨੂੰ ਜੇ ਕਹਿੰਦੇ ਰਹੀਏ ਬਹੁਤਾ ਹੋਏ, ਉਹ ਬਹੁਤੇ ਦਾ ਹੀ ਰੂਪ ਹੋ ਜਾਂਦਾ। ਵਾਹਿਗੁਰੂ 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 ਕਰਦਿਆਂ ਵਾਹਿਗੁਰੂ ਦਾ ਰੂਪ ਹੀ ਹੋ ਜਾਂਦਾ। ਇਸ ਕਰਕੇ ਉਹਦਾ ਕਿੱਥੇ ਕੁ ਤੱਕ ਅੰਤ ਪਾਵਾਂਗੇ? ਉਹਦਾ ਅੰਤ ਪਾ ਹੀ ਨਹੀਂ ਸਕਦੇ। ਵੱਡਾ ਸਾਹਿਬ ਉੱਚਾ ਥਾਂ, ਸਾਡਾ ਮਾਲਕ ਵਾਹਿਗੁਰੂ ਅਕਾਲ ਪੁਰਖ ਬਹੁਤ ਵੱਡਾ ਹੈ ਸਾਹਿਬ, ਉਦੋਂ ਵੱਡਾ ਹੋਰ ਕੋਈ ਹੈ ਹੀ ਨਹੀਂ। ਉੱਚਾ ਥਾਂ, ਉਹਦਾ ਥਾਮ ਜਿਹੜਾ ਸੱਚਖੰਡ ਉਹ ਸਾਰਿਆਂ ਨਾਲੋਂ ਉੱਚਾ ਹੈ। ਸਾਧ ਸੰਗਤ ਸਥਾਨ ਉੱਚਾ ਹੈ, ਸਾਰਿਆਂ ਨਾਲੋਂ ਉੱਚਾ ਤਾਂ ਥਾਂ ਹੈ ਉਹਦਾ ਸੱਚਖੰਡ। ਪਰ ਉੱਚੇ ਉੱਪਰ ਉੱਚਾ ਨਾਉ, ਉਸ ਉੱਚੇ ਨਾਲੋਂ ਵੀ ਉੱਚਾ ਉਹਦਾ ਨਾਮ ਹੈ। ਨਾਮ ਨੂੰ ਮਹਾਨਤਾ ਦਿੱਤੀ, ਨਾਮ ਵੱਡਾ ਹੈ। ਸੋ ਇਸ ਕਰਕੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਾਮ ਰੂਪ ਕਰਕੇ ਮੱਥਾ ਟੇਕਦੇ। ਧੰਨ ਗੁਰੂ ਨਾਨਕ ਦੇਵ ਜੀ ਵੀ ਮੱਥਾ ਟੇਕਦੇ ਨੇ, ਦਸੇ ਸਰੂਪ ਵੀ ਮੱਥਾ ਟੇਕਦੇ ਨੇ। ਧੰਨ ਗੁਰੂ ਅਰਜਨ ਦੇਵ ਜੀ ਜਦੋਂ ਬਾਬਾ ਮੋਹਨ ਜੀ ਪਾਸੋਂ ਪੋਥੀਆਂ ਲੈਣ ਗਏ, ਪੋਥੀਆਂ ਪ੍ਰਾਪਤ ਕਰ ਲਈਆਂ, ਫਿਰ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਲਕੀ ਸਾਹਿਬ ਦੇ ਵਿੱਚ ਸੁਸ਼ੋਭਿਤ ਕੀਤੀਆਂ। ਜਦੋਂ ਫਿਰ ਗੁਰਸਿੱਖ ਪਾਲਕੀ ਲੈ ਕੇ ਆਏ, ਮਹਾਰਾਜ ਕਹਿੰਦੇ ਹੁਣ ਅਸੀਂ ਨਹੀਂ ਬਰਾਬਰ ਬਹਿਣਾ, ਕਿਉਂਕਿ ਸਾਡੇ ਨਾਲੋਂ ਵੱਡੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ। ਪੋਥੀਆਂ ਵੱਡੀਆਂ ਨੇ, ਪੈਦਲ ਆਏ। ਹੁਣ ਅਸੀਂ ਹਰਿਮੰਦਰ ਸਾਹਿਬ ਵਿੱਚ ਨਹੀਂ ਬੈਠਣਾ, ਅਸੀਂ ਸੰਗਤ ਵਿੱਚ ਬੈਠਣਾ। ਹੁਣ ਸਾਡੇ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਿਰਾਜਮਾਨ ਹੋਣਗੇ। ਪੰਜਵੇਂ ਪਾਤਸ਼ਾਹ ਨੇ ਹੀ ਆਪਣੇ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰ ਦਿੱਤਾ ਸੀ। ਇਸ ਕਰਕੇ ਜਿਹੜਾ ਮਾਲਕ ਹੈ ਸਾਡਾ ਵੱਡਾ ਸਾਹਿਬ, ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਉ, ਉੱਚੇ ਨਾਉ ਵੀ ਨਾਮ ਉੱਚਾ ਹੈ। ਰਾਮਚੰਦਰ ਜੀ ਨੇ ਨਾਮ ਦੀ ਮਹਿਮਾ ਨੂੰ ਜਣਾਉਂਦਿਆਂ ਹੋਇਆਂ ਹੀ ਪੱਥਰਾਂ ਤੇ ਰਾਮ ਲਿਖਿਆ ਸੀ, ਹੋਰ ਕੋਈ ਦਾ ਕਾਰਨ ਨਹੀਂ ਸੀ। ਆਪਣੀ ਸ਼ਕਤੀ ਨਾਲ ਪੱਥਰ ਨੂੰ ਵੈਸੇ ਵੀ ਉਤਾਰ ਸਕਦੇ ਸੀ ਪਾਣੀ ਦੇ ਉੱਤੇ, ਇੰਨੀ ਦਾ ਸਮਰੱਥਾ ਵਾਹਿਗੁਰੂ ਨੇ ਦਿੱਤੀ ਹੋਈ ਸੀ। ਪਰ ਹਰੇਕ ਪੱਥਰ ਦੇ ਉੱਤੇ ਜਿਹਨੂੰ ਸਿੱਟਦੇ ਸੀ ਉਹ ਡੁੱਬ ਜਾਂਦਾ ਸੀ। ਤਾਂ ਪੱਥਰਾਂ ਦੇ ਉੱਤੇ ਰਾਮ ਲਿਖ ਦਿੱਤਾ, ਉਹ ਫਿਰ ਪੱਥਰ ਡੁੱਬਦਾ ਨਹੀਂ ਸੀ। ਹਨੂਮਾਨ ਜੀ ਉੱਡ ਕੇ ਹੀ ਚਲੇ ਗਏ ਪਰਲੇ ਪਾਸੇ,
ਤਾਂ ਕਈ ਕਹਿੰਦੇ ਕਿ ਮਹਾਰਾਜ ਇਹ ਹਨੂਮਾਨ ਜੀ 'ਚ ਇੰਨੀ ਸ਼ਕਤੀ ਕਿੱਥੋਂ ਆ ਗਈ। ਰਾਮਚੰਦਰ ਜੀ ਕਹਿੰਦੇ ਉਹ ਮੇਰੇ ਨਾਲੋਂ ਵੀ ਉੱਚਾ ਹੋ ਗਿਆ। ਕਹਿੰਦੇ ਕਿਉਂ? ਕਹਿੰਦੇ ਉਹਦੇ ਹਿਰਦੇ ਵਿੱਚ ਮੇਰਾ ਨਾਮ ਹੈ। ਕਹਿੰਦੇ ਉਹ ਨਾਮ ਕਰਕੇ ਉੱਡ ਕੇ ਚਲਿਆ ਗਿਆ। ਜਿਹਦੇ ਹਿਰਦੇ 'ਚ ਨਾਮ ਆ ਜਾਂਦਾ ਹੈ ਉਹ 'ਚ ਉੱਡਣ ਦੀ ਸਮਰੱਥਾ ਵੀ ਆ ਜਾਂਦੀ ਹੈ, ਉਹ 'ਚ ਪਾਣੀ ਵਿੱਚ ਜਾਣ ਦੀ ਸਮਰੱਥਾ ਵੀ ਆ ਜਾਂਦੀ ਹੈ, ਉਹਦੇ ਵਿੱਚ ਸਾਰੇ ਪ੍ਰਕਾਰ ਦੀ ਸਮਰੱਥਾ ਆ ਜਾਂਦੀ ਹੈ। ਸੋ ਜਿਵੇਂ ਲੱਕੜ ਦੇ ਆਸਰੇ ਜਿਹੜਾ ਹੈ ਨਾ, ਪਹਿਲਾਂ ਪਾਣੀ ਆਪਾਂ ਪਾਉਨੇ ਦਰਖਤ ਨੂੰ, ਦਰਖਤ ਵੱਡਾ ਹੋ ਜਾਂਦਾ, ਫਿਰ ਉਹਦੀ ਲੱਕੜ ਕੱਟਦੇ ਆ, ਲੱਕੜ ਕੱਟ ਕੇ ਪਾਣੀ ਵਿੱਚ ਸੁੱਟੋ, ਪਾਣੀ ਉਹਨੂੰ ਡੁਬੋਂਦਾ ਨਹੀਂ। ਕਿਉਂ? ਕਹਿੰਦਾ ਮੈਂ ਹੀ ਤਾਂ ਇਹਨੂੰ ਪਾਲਿਆ, ਇਹ ਤਾਂ ਮੇਰੀ ਹੈ, ਇਹਨੂੰ ਮੈਂ ਡੁਬੋਣਾ ਨਹੀਂ। ਇਸੇ ਪ੍ਰਕਾਰ ਜਿਹੜੇ ਬੰਦੇ ਦੇ ਹਿਰਦੇ 'ਚ ਨਾਮ ਹੈ, ਪਾਣੀ ਉਹਨੂੰ ਕਿਵੇਂ ਡੁਬੋ ਸਕਦਾ? ਕਿਉਂਕਿ ਪਾਣੀ ਨੂੰ ਤਾਂ ਬਣਾਇਆ ਹੀ ਨਾਮ ਨੇ ਹੈ। ਉਹਨੂੰ ਅੱਗ ਕਿਵੇਂ ਸਾੜ ਸਕਦੀ? ਕਿਉਂਕਿ ਅੱਗ ਨੂੰ ਤਾਂ ਨਾਮ ਨਹੀਂ ਬਣਾਇਆ। ਭਾਈ ਬਿਧੀ ਚੰਦ ਮਚਦੇ ਪੱਟ 'ਚ ਵੜ ਗਏ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਜਿਨ੍ਹਾਂ ਦੇ ਹਿਰਦੇ 'ਚ ਨਾਮ ਵਸ ਗਿਆ, ਅਕਾਲ ਪੁਰਖ ਵਾਹਿਗੁਰੂ ਸੱਚ ਜਾਣੋ। ਕਈ ਵਾਰ ਸੰਗਤ ਵਿੱਚ ਕਈ ਗੱਲਾਂ ਐਸੀਆਂ ਵੀ ਹੋ ਜਾਂਦੀਆਂ ਕਿ ਤੁਹਾਡੇ ਵਿਸ਼ਵਾਸ ਬੜੇ ਬੱਝੇ ਹੋਏ ਨੇ, ਪਰ ਸੱਚ ਤਾਂ ਇਹ ਜਾਣਿਓ ਕਿ ਪਰਮੇਸ਼ਰ ਵੀ ਸੰਗਤ ਦੇ ਜੋੜੇ ਝਾੜ ਜਾਂਦਾ ਆ ਕੇ। ਉਹ ਕਹਿੰਦਾ ਮੈਨੂੰ ਸ਼ੌਂਕ ਹੀ ਬੜਾ, ਬਹੁਤ ਹੀ ਜ਼ਿਆਦਾ ਨਿਮਰਤਾ, ਜਿੰਨੀ ਨਿਮਰਤਾ ਵਾਹਿਗੁਰੂ ਵਿੱਚ ਹੈ ਇੰਨੀ ਨਿਮਰਤਾ ਕਿਸੇ 'ਚ ਨਹੀਂ ਹੈ। ਧੰਨ ਗੁਰੂ ਨਾਨਕ 'ਚ ਜਿੰਨੀ ਨਿਮਰਤਾ ਹੈ ਇੰਨੀ ਨਿਮਰਤਾ ਕਿਸੇ ਵਿੱਚ ਨਹੀਂ ਹੈ। ਸੋ ਜਿਵੇਂ ਕੋਈ ਜੋੜੇ ਝਾੜਦੇ ਸੀ ਕਿਸੇ ਸਥਾਨ ਤੇ, ਕੋਈ ਮਹਾਂਪੁਰਸ਼ਾਂ ਦਾ ਸਥਾਨ ਸੀ, ਕਿੰਨੀ ਦੇਰ ਤੱਕ ਉਹ ਕੁੰਡੀ ਲਾ ਕੇ ਅੰਦਰ ਆਰਾਮ ਕਰਦੇ, ਸੰਗਤ ਬਾਹਰ ਬੈਠੀ ਉਡੀਕਦੀ। ਇੱਕ ਪ੍ਰੇਮੀ ਦੇ ਮਨ 'ਚ ਆ ਗਿਆ ਵੀ ਪਤਾ ਨਹੀਂ ਕੁੰਡੀ ਕਿਉਂ ਲਾ ਕੇ ਪਏ ਰਹਿੰਦੇ ਨੇ। ਫਿਰ ਉਹਨੂੰ ਰਾਤ ਨੂੰ ਸੁਪਨੇ 'ਚ ਮਿਲੇ, ਕਹਿੰਦੇ ਜਿੱਥੇ ਤੂੰ ਜੋੜੇ ਝਾੜਦਾ ਬੈਠ ਕੇ ਰੋਜ਼ ਸੰਗਤ ਦੇ ਜੋੜੇ ਜਮ੍ਹਾਂ ਕਰਦਾ, ਅਸੀਂ ਗੁਪਤ ਰੂਪ ਵਿੱਚ ਜਾ ਕੇ ਅੰਦਰੋਂ ਫਿਰ ਸਾਰੇ ਸੰਗਤ ਦੇ ਜੋੜੇ ਝਾੜ ਕੇ ਆਉਨੇ ਆ। ਮਹਾਂਪੁਰਸ਼ ਸੂਖਮ ਸਰੀਰ ਧਾਰ ਕੇ ਜੋੜੇ ਝਾੜ ਲੈਂਦੇ ਨੇ, ਅਕਾਲ ਪੁਰਖ ਸੂਖਮ ਰੂਪ ਵਿੱਚ ਜੋੜੇ ਝਾੜਦੇ ਨੇ। ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ। ਜਿਹੜਾ ਆਪਾਂ ਜੋੜੇ ਝਾੜਦੇ ਕਿਤੇ ਆਪਾਂ ਥੋੜੀ ਝਾੜਦੇ ਆ, ਆਪਣੇ ਅੰਦਰ ਉਹ ਬੈਠ ਕੇ ਜੋੜੇ ਝਾੜਦਾ ਸਾਧ ਸੰਗਤ ਦੇ। ਇਹੀ ਤਾਂ ਅਕਾਲ ਪੁਰਖ ਦੀ ਵੱਡੀ ਮਹਿਮਾ, ਕਿਉਂਕਿ ਅਕਾਲ ਪੁਰਖ ਨਾਮ ਨੂੰ ਵੱਡਾ ਬਣਾਉਂਦੇ। ਮੇਰੇ ਨਾਲੋਂ ਮੇਰਾ ਨਾਮ ਵੱਡਾ ਹੈ। ਜਿੰਨਾ ਵੱਡਾ ਮਕਾਨ ਹੁੰਦਾ ਓਨੀ ਵੱਡੀ ਪੌੜੀ ਹੁੰਦੀ, ਪੌੜੀ ਵੀ ਉਸ ਤੋਂ ਦੋ ਜ਼ਿਆਦਾ ਹੀ ਉੱਚੀ ਹੁੰਦੀ, ਦੋ ਜਿਹੜੀਆਂ ਪੌੜੀਆਂ ਹੋਰ ਉੱਚੀਆਂ ਬਣਾ ਲੈਂਦੇ ਉੱਤੇ ਚੜ੍ਹਨ ਵਾਸਤੇ। ਇਸੇ ਪ੍ਰਕਾਰ ਨਾਮ ਵੱਡਾ ਹੈ, ਨਾਮ ਕਰਕੇ ਨਾਮੀ ਤੱਕ ਪਹੁੰਚਿਆ ਜਾ ਸਕਦਾ ਹੈ। ਏਵਡ ਉੱਚਾ ਹੋਵੇ ਕੋਏ, ਐਡਾ ਵੱਡਾ ਉੱਚਾ ਜੇ ਕੋਈ ਹੋ ਜਾਵੇ, ਨਾਮ ਜਪਦਾ 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 ਨਾਮੀ ਦਾ ਹੀ ਰੂਪ ਹੋ ਜਾਵੇ। ਨਾਮ ਜਪਣ ਕਰਕੇ ਨਾਮੀ ਦਾ ਰੂਪ। ਧੰਨ ਗੁਰੂ ਨਾਨਕ ਦੇਵ ਜੀ ਜਦ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ੀ ਹੈ, ਕਹਿੰਦੇ ਹੁਣ ਸਾਨੂੰ ਨਾ ਮਿਲਣ ਆਇਓ ਤੁਸੀਂ, ਹੁਣ ਅਸੀਂ ਤੁਹਾਡੇ ਦਰਸ਼ਨ ਕਰਨ ਆਵਾਂਗੇ। ਫਿਰ ਦੇਖ ਲਓ ਬਈ, ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਆਪ ਖਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਜਾਂਦੇ ਨੇ। ਕਹਿੰਦੇ ਤੁਸੀਂ ਨਹੀਂ ਆਉਣਾ, ਹੁਣ ਅਸੀਂ ਆਵਾਂਗੇ। ਜਦ ਗੁਰੂ ਅਮਰਦਾਸ ਮਹਾਰਾਜ ਨੂੰ ਗੁਰਤਾ ਗੱਦੀ ਦਾਤ ਬਖਸ਼ੀ, ਉਹੀ ਬਚਨ ਗੁਰੂ ਅੰਗਦ ਦੇਵ ਜੀ ਨੇ ਕਿਹਾ ਕਿ ਪੁਰਖਾ ਹੁਣ ਤੁਸੀਂ ਨਾ ਆਇਓ ਇੱਥੇ, ਅਸੀਂ ਆਇਆ ਕਰਾਂਗੇ ਤੁਹਾਨੂੰ ਮਿਲਣ। ਕਿਹੜੀ ਮਹਿਮਾ? ਉਹ ਨਾਮ ਦੀ ਮਹਿਮਾ। ਇਹ ਗੱਦੀ ਜਿਹੜੀ ਹੈ ਨਾ, ਇਹ ਨਾਮ ਦੀ ਹੋਈ ਗੱਦੀ ਹੈ ਗੁਰੂ ਨਾਨਕ ਦੇਵ ਜੀ ਦੀ। ਇਸੇ ਕਰਕੇ ਤਾਂ ਇਹ ਵੱਡੀ ਹੈ ਗੱਦੀ। ਇਹ ਨਾਮ ਨੂੰ ਹੀ ਮੱਥਾ ਟੇਕਦੇ ਨੇ ਸਾਰੇ ਜਾਣੇ, ਨਾਮ ਨੂੰ ਹੀ, ਸਾਰੀ ਕੁੱਲ ਸ੍ਰਿਸ਼ਟੀ ਨਾਮ ਨੂੰ ਹੀ ਮੱਥਾ ਟੇਕਦੇ ਆ। ਇਹ ਨਾਮ ਹੀ ਤਾਂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਮਹਾਰਾਜ ਗੁਰੂ ਦਸਵੇਂ ਪਾਤਸ਼ਾਹ ਨੇ ਜਦੋਂ ਬਖਸ਼ਿਸ਼ ਕੀਤੀ ਸੀ ਆਪਣੇ ਤੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਪ੍ਰਗਟ ਕੀਤੀ, ਤਾਂ ਹੀ ਇਹ ਬਚਨ ਕਿਹਾ ਸੀ ਕਿ ਇਹ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਦੋਨੋਂ ਇੱਕੋ ਹੀ ਚੀਜ਼ ਹੈ, ਇੱਕੋ ਹੀ ਸਰੂਪ ਹੈ। ਵਾਹਿਗੁਰੂ ਹੀ ਗੁਰੂ ਗ੍ਰੰਥ ਸਾਹਿਬ ਨੇ। ਇਉਂ ਮਹਾਰਾਜ ਨੇ ਸਿੱਖ ਸੰਗਤ ਦਾ ਯਕੀਨ ਬੁਝਾਇਆ। ਤਿਸ ਉੱਚੇ ਕਉ ਜਾਣੈ ਸੋਏ, ਸੋਏ ਉਹੀ ਵਾਹਿਗੁਰੂ ਆਪਣੇ ਆਪ ਨੂੰ ਜਾਣਦਾ। ਵੈਸੇ ਤਾਂ ਜਿੱਥੇ ਹੁਣ ਨਾਮ ਜਪਣ ਵਾਲਾ ਕੋਈ ਪਹੁੰਚ ਜਾਂਦਾ ਸਮਗਰ ਰੂਪ ਵਿੱਚ, ਤੇ ਵੈਸੇ ਕੋਈ ਜਾਣ ਨਹੀਂ ਸਕਦਾ।
पर सारा किसी नूं जणा देण तां जणा ही देण। जिवें भाई पारो की अवस्था इत्थे तक चली गई सी, अखीर सतगुरु गुरता गद्दी देण लगे सी उन्हां नूं, उन्हां दी अवस्था सी बहुत उच्ची, नाम जप जप के बड़ियां नाम दीयां उच्चियां स्टेजां ने जिहड़ियां बैखरी बाणी तो आरंभ हो के मध्यमा बसंती परा तो बाहर नूं निकल जांदे। फिर आकाश पताल धरती विच नाम, फिर जो बोलत है मिर्ग मीन पंखेरू सो बिन हर जापत है नहीं होर। पूरे ब्रह्मंड दे विच ही नाम नजर आउंदा। वो ऐसी उच्ची अवस्था वाले जिन्हां नूं सारा ज्ञान हो चुकिया सी। भाई पारो जी नूं जद महाराज ने कहा तुहानूं गुरता गद्दी देनी है तां चरण पकड़ के कहंदे महाराज मैनूं तां अपना सिख ही बनाई रखो। फिर भी सिੱਖੀ मंगी है। फिर महाराज ने कहा सी आपां चौथे स्वरूप च बह के इकट्ठे सिੱਖੀ दा प्रचार करांगे, कल्याण करांगे सब दी। महाराज नाम वाले नूं अपने नालों उच्चा रखते ने। भाई गोपाले नूं जां जपजी साहब दा पाठ करन लई कहा, सतगुरु कहंदे 1.25 फुट उच्चा आसन लाओ साडे तो इहदा, क्योंकि इहने जपजी साहब दा पाठ करना, इहने गुरु नानक दी बाणी पढ़नी है। भाई गुरबाणी साडे नालों उच्ची। तो इस प्रकार सतगुरु के बहुत सारे ऐसे कौतक ने कि गुरबाणी नूं नाम नूं अपने नालों वड्डा कहा महाराज ने। पर तिस उच्चे को जाने सोए सोए वो अकाल पुरख, उस अकाल पुरख नूं आप ही अकाल पुरख जानते ने। जे वड आप जाना आप आप, जिड्डा क वड्डा वो आप है, वो अपने आप नूं आप ही जानता है। ताइयों गुरु नानक साहब कहते हैं कथना कथी न आवे तोट, कथ कथ कथी कोटि कोट कोट। नानक कथना करोड़ा सार। ये भी कहते जे को आखे बोल विगाड़ तां लिखिए सिर गावारा गावार। झल्लिया सिर झल्ला है जेड़ा कहना मैनू पता है, तैनू की पता है। सारा कुछ कह के सोदर दे विच बाद च कहते होर केते गावन से मैं चित्त न आवन, नानक क्या विचारे। कहने मैनू नहीं पता लगता होर तुहानू किन्ने गाउंदे ने। भावें तुसीं सारे कह दिते, तुहानू सारी पता है समर्था, पर निमरता देखो। महाराज ने निमरता जनाई कि मैनू तो कुछ ज्ञान ही नहीं है। पर महाराज जी फिर उहदी बख्शिश किवें मिले सानू। सिद्धां नूं ते इत्थे चुप कराता हुण महाराज ने। कहंदे जिड्डा वड्डा वो आप है उन्ना वड्डा वो अपने आप नूं आप ही जानदा, आपां नूं किसी नूं कोई ज्ञान नहीं हो सकदा। कहने महाराज फिर तुसीं सानूं हुण सिद्धा जिहा राह दसो भी हुण तक ਉਹਦਾ अंत ਤਾਂ कोई पा ही नहीं सकता, निरुत्तर कर दिता बिल्कुल। गुरु नानक देव जी एक पंक्ति विच ही सारा जवाब मुका के उन्होंने निरुत्तर कर रहे ने। नानक नदरी करमी दात। कहते नदरी परमेश्वर है ना बख्शिश दे करन वाला, वो अपनियां बख्शिशां दी दात दिंदा जीव नूं, बख्शिश करदा सारिਆਂ नालों वड्डी, जीव दे उत्ते किरपा करदा। ताइयों इहनूं दातां प्राप्त हुंदियां ने, ताइयों नाम मिलदा है। नदरी अकाल पुरख वाहिगुरू अपनी किरपा करदा है जीव दे उत्ते, तां किरपा दे नाल सारा कुछ चलदा। जदों तक जीव दे उत्ते किरपा नहीं उदों तक ये कुछ भी नहीं कर सकदा। जदों अपनी किरपा हुंदी है गुरु नानक साहब दी, अकाल पुरख वाहिगुरू दी, उदों चंगा भला सीधे राह ते चलण लग पैंदा। जदों तक किरपा नहीं पाई सिद्धो उदों तक कुछ भी नहीं, उदों तक कोई अंत नहीं पा सकदा। एक गल है कि वाहिगुरू ही चाहे कि मैं फलाने बंदे नूं अपना दिखा दें अंत, वो दिखा सकते ने आप, बस वो आप ही दिखा सकते ने, क्योंकि जिड्डे वड्डे वो आप ने उन्ना वड्डा अपना आप वो आप ही जानते ने। वो दात दे सकते ने नाम दी, चार पदार्थां दी, अपने स्वरूप नूं जनाउण दी दात खुद अकाल पुरख ही किरपा करके दिखा देण तां दिखा देण। गुरु अंगद देव महाराज नूं गुरता गद्दी देण तो बाद गुरु नानक देव जी ने पुछया पुरखा की प्रतीत हुंदा। गुरु अंगद देव महाराज कहण लगे इउं प्रतीत हुंदा कि मैं ही ब्रह्म हां। महाराज कहंदे ये बिल्कुल सत है। इस वक्त तुसीं अकाल पुरख दा साक्षात रूप हो, तुसी ही ब्रह्म हो। हुण मत्था तुहानूं ताइयों टेकिया, पर यह वचन संगत ना कहो, ये वचन दुनिया अंदर ना कहो,
क्योंकि दुनिया ऐसी है, जे तुसीं इन्हां नूं कहता मैं ब्रह्म हां ते ये भी मंगरे कहण लग जाणगे कि मैं किहड़ा घੱਟ हां तेरे नालों, मैं भी तो ब्रह्म ही हां। इस करके आपां ने दुनिया नूं सिखाउणी निमरता, दासा भाव। ये मुख निशाना गुरु घर दा कि संसार नूं हंकार तो हटा के निमरता च लियाउणा गुरु नानक दा निशाना। निमरता विच नहीं आउंदा मनुख छेती, माड़ा जिहा निमरता च आया नहीं तो दूजे पासे हंकार वधिया नहीं। हंकार नहीं इहदा खेड़ा छड्डदा। इस करके सतगुरु महाराज सच्चे पातशाह कहने निमरता च रहो। निमरता नालों वड्डी कोई दात नहीं है, पर मंगो गुरु नानक दे घर तो। गुरु नानक देव जी कहने मैं अकाल पुरख तो मंग के लई है गरीबी 3 पा। 75% गरीबी दुनिया की गुरु नानक दे घर च है, 25% बाकी थावां ते है। जे गुरु नानक देव जी मंग के लियाए ने अकाल पुरख तो गरीबी, तो आपां भी गुरु नानक देव जी तो गरीबी मंगीए। महाराज सानू भी गरीबी बख्शो, निमरता बख्शो, मेहर भरिया हाथ रखो। गरीबी भी 2 तरह की है, एक माया करके गरीबी वो तो नहीं मंगनी, एक गरीबी है निमरता। गरीबी गदा हमारी, महाराज कृपा करो अंदर निमरता बनी रहे, भावें जिथे मर्जी होर पहुंच जाइए, अवस्था ऊंची उड़ जाए, और पदार्थ आ जान, पर गरीबी बनी रहे मन के अंदर। इउं महाराज सच्चे पातशाह तो निमरता मंगिए, बेनतियां करिए। सो सतगुरु महाराज जी कहने वाहिगुरु गुर मंत्र है जप हौमै खोई। भाई फिर वाहिगुरु मंत्र है जिहड़ा हौमै नूं नाश करदा है। रात दिन वाहिगुरु मंत्र का अभ्यास करते जाओ, अंदरों अपने आप ही हंकार खत्म हो गए, तुम भी मेरा ही रूप बन जाएगा। खालसा मेरो रूप है खास, खालसे में हूं करो निवास। वाहे गुरु 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 वाहे गुरु। महाराज उपदेश करते ने आपां नूं बहुता कर्म लिखिया ना जाए, क्योंकि सिद्ध इसे गल दे उत्ते अड़े हुए ने कोई लिख के अंत पा लईए रब दा। कदे कहंदे ने आपां लेखियां नाल अंत पा लईए, कदे कहंदे ने आपां फलानी गल नाल अंत पा लईए। मतलब कहण दा कि परमेश्वर नूं बंदा ये चाहुंदा मैं रब नूं किसे तो अंत पा के अपने नालों छोटा बना लवां। गुरु नानक देव जी महाराज कहने इस तरह तो नहीं अंत पैंदा। कहने महाराज जिहड़ी बख्शिश करदा ਉਹਦੇ करके तो अंत पै ही जांदा होना। बहुता कर्म ਉਹਦੇ कर्म करके जिवें फर्ज करो परमेश्वर जीवां नूं पैदा करदा, इन्हां दी पालना करदा, फिर इन्हां नूं मार दिंदा, पै गया अंत। बस यही 3 काम करदा ਉਹ। गुरु नानक देव जी कहने बस यही 3 काम करदा परमेश्वर। ਉਹਦਾ ਇੰਨਾ कर्म करदा, ਇੰਨਾ कर्म करदा ਜਿਹੜਾ कर्म ਕਿਸੇ ਨੂੰ समझ ही नहीं पैंदा है। इस करके जिहड़ी ਉਹਦੀ कर्म तो भाव जिहड़ी बख्शिश है वो लिखी नहीं जा सकती। बख्शिश का आपां खुलासा नहीं कर सकते कि वो किन्नियां बख्शिशां जिहड़ियां ने जीव दे उत्ते करदा, किन्नियां बख्शिशां गुरु नानक देव जी ने कीतियां ने कि सुर नर मुन जन अमृत खोजदे सो अमृत गुर ते पाया। अमृत वर्गी मिठी गुरबाणी गुरु नानक देव जी ने बख्शी। इस बख्शिश का हुण तुसीं लेखा लिखोगे कोई?
ਧੁਰਕੀ ਬਾਣੀ ਦਾ ਕੋਈ ਲਿਖ ਸਕਦਾ ਹਿਸਾਬ ਕਿਤਾਬ ਕਿ ਕਿੰਨੀ ਕੁ ਵੱਡੀ ਕਿੰਨੀ ਕੁ ਛੋਟੀ ਹੈ, ਕਿੱਥੋਂ ਕੁ ਤੱਕ ਹੈ? ਜਿਹੜੀ ਅੰਮ੍ਰਿਤ ਦੀ ਦਾਤ ਦਿੱਤੀ ਹੈ, ਜਿਹੜੀ ਕਲਯੁਗ ਵਿੱਚ ਸੰਗਤ ਬਣਾ ਦਿੱਤੀ ਗੁਰੂ ਨਾਨਕ ਨੇ ਵੀ ਬਈ ਸਾਰੇ ਸੰਗਤ ਵਿੱਚ ਬੈਠੋ, ਇਹ ਜਿਹੜੀਆਂ ਅਮੋਲਕ ਦਾਤਾਂ ਮਹਾਰਾਜ ਨੇ ਦਿੱਤੀਆਂ ਨੇ, ਜਿਹੜੇ ਸ਼ੁਭ ਗੁਣ ਦਿੱਤੇ ਨੇ ਆਪਾਂ ਨੂੰ, ਜਿਹੜੀਆਂ ਰਹਿਤ ਮਰਿਆਦਾਵਾਂ ਬਣਾਈਆਂ ਮਹਾਰਾਜ ਨੇ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਜਿਹੜੀਆਂ ਇਹ ਦਾਤਾਂ ਦਿੱਤੀਆਂ ਨੇ, ਸੋ ਜਿਹਦੀ ਕਿਰਪਾ ਨਾਲ ਅਮੋਲਕ ਪੌਣ ਪਾਣੀ ਪ੍ਰਾਪਤ ਹੋਇਆ, ਆਕਸੀਜਨ ਮਿਲਦੀ ਹੈ, ਇਹਨਾਂ ਦਾ ਕੋਈ ਮੁੱਲ ਪੈ ਸਕਦਾ? ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਉਹਦੀ ਕਰਤੱਵ ਨੇ, ਜਿਹੜੇ ਉਹਦੇ ਕਰਮ ਬਖਸ਼ਿਸ਼ਾਂ ਨੇ, ਬਖਸ਼ਿਸ਼ਾਂ ਨੂੰ ਕੋਈ ਲਿਖ ਹੀ ਨਹੀਂ ਸਕਦਾ। ਬਖਸ਼ਿਸ਼ ਜਿੰਨੀ ਮਹਾਰਾਜ ਨੇ ਆਪਣੇ ਤੇ ਕੀਤੀ ਹੈ, ਸਾਰੀ ਬਖਸ਼ਿਸ਼ ਆਪ ਹੀ ਕੀਤੀ ਹੈ। ਵੱਡਾ ਦਾਤਾ ਤਿਲ ਨਾ ਤਮਾਏ, ਵੱਡਾ ਹੈ ਦਾਤਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਤਿਲ ਜਿੰਨੀ ਵੀ ਤਮਾਏ ਨਹੀਂ, ਇੱਛਾ ਨਹੀਂ, ਕੋਈ ਤਮਾ ਨਹੀਂ ਹੈ ਕਿਸੇ ਤੋਂ।